ਪੰਜਾਬ ਦੇ ਵਿੱਚ ਜਿੱਥੇ ਹੀ ਸਿਆਸਤ ਸਰਗਰਮਾਈ ਰਹਿੰਦੀ ਹੈ ਉੱਥੇ ਹੀ ਹੁਣ ਧਾਰਮਿਕ ਮਸਲਿਆਂ ਦੇ ਵਿੱਚ ਜਾਂ ਗੁਰੂ ਘਰਾਂ ਦੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ। ਬਿਲਕੁਲ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਸੰਵਿਧਾਨ ਹੱਕ ਦਿੰਦਾ ਹੈ, ਆਪੋ ਆਪਣੇ ਧਰਮ ਦਾ ਪ੍ਰਚਾਰ ਕਰੋ। ਜਿਹੜੇ ਵੀ ਧਰਮ ਨੂੰ ਮੰਨਣਾ ਹੈ, ਆਸਥਾ ਰੱਖਣੀ ਹੈ, ਉਸ ਨਾਲ ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਨਹੀਂ ਪੁੱਜਣੀ ਚਾਹੀਦੀ। ਪਰ ਇੱਕ ਮਸਲਾ ਆਇਆ ਜਿਸ ਨਾਲ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ, ਦੋ ਧਿਰਾਂ ਬਣ ਗਈਆਂ ਨੇ। ਇੱਕ ਉਸ ਮੁੱਦੇ ਨੂੰ ਕਹਿ ਰਹੀ ਹੈ ਕਿ ਜੋ ਕੁਝ ਵੀ ਕੀਤਾ ਜਾ ਰਿਹਾ ਉਸ ਸੋਚ ਦੇ ਆਧਾਰ ਦੇ ਉੱਤੇ ਉਹ ਬਿਲਕੁਲ ਠੀਕ ਕੀਤਾ ਜਾ ਰਿਹਾ, ਪਰ ਦੂਜੇ ਪਾਸੇ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਗੁਰੂ ਸਾਨੂੰ ਸੁਨੇਹਾ ਨਹੀਂ ਦੇ ਕੇ ਗਏ ਜੋ ਅਸੀਂ ਗੱਲਾਂ ਕਰ ਰਹੇ ਹਾਂ। ਮੈਂ ਗੱਲ ਕਰ ਰਿਹਾ ਉਸ ਮਸਲੇ ਦੀ ਜਿਹੜਾ ਗੁਰਦੁਆਰਾ ਮਾਡਲ ਟਾਊਨ ਜਲੰਧਰ ਦੇ ਵਿੱਚ ਇੱਕ ਮਾਮਲਾ ਬੀਤੀ ਦੇਰ ਸ਼ਾਮ ਨੂੰ ਸਾਹਮਣੇ ਆਇਆ ਸੀ। ਅੰਮ੍ਰਿਤਪਾਲ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੋਈ ਵੀ ਤਖਤ ਉੱਚਾ ਨਹੀਂ ਹੋ ਸਕਦਾ, ਨਾ ਤਾਂ ਉਸ ਦੇ ਬਰਾਬਰ ਨਾ ਉਸ ਤੋਂ ਉੱਚੀ ਗੁਰੂ ਸਾਹਿਬ ਤੋਂ ਕੁਰਸੀ ਲੱਗ ਸਕਦੀ ਹੈ, ਨਾ ਬੈਂਚ ਲੱਗ ਸਕਦਾ ਹੈ, ਨਾ ਮੇਜ਼ ਲੱਗ ਸਕਦਾ ਹੈ। ਇਹ ਸਾਰੀ ਜਿਹੜੀ ਰੀਤੀ ਰਿਵਾਜ ਗਲਤ ਤਰੀਕੇ ਦੇ ਤੁਰ ਪਏ ਨੇ ਗੁਰੂ ਘਰਾਂ 'ਚ, ਉਹ ਬੰਦ ਹੋਣੇ ਚਾਹੀਦੇ ਨੇ। ਇੰਨੀ ਕਹਿਣ ਦੀ ਦੇਰ ਸੀ ਤਾਂ ਅੰਮ੍ਰਿਤਪਾਲ ਸਿੰਘ ਨੂੰ ਮੰਨਣ ਵਾਲੇ ਔਰ ਉਸ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਵਾਲੇ ਜਾਂ ਚੱਲਣ ਵਾਲੇ, ਉਹਨਾਂ ਨੇ ਕਾਰਵਾਈਆਂ ਨੂੰ ਆਪਣੇ ਪੱਧਰ ਤੇ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪਹਿਲਾਂ ਕਪੂਰਥਲਾ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਹੀ ਜਿਹੜੇ ਬੈਂਚ, ਕੁਰਸੀਆਂ, ਮੇਜ਼, ਸੋਫੇ ਬਾਹਰ ਸੁੱਟੇ ਗਏ ਔਰ ਉਸ ਨੂੰ ਬਰਸ਼ਿਆਂ ਦੇ ਨਾਲ ਪਾੜ ਦਿੱਤਾ ਗਿਆ। ਤਸਵੀਰਾਂ ਤੁਸੀਂ ਸਭ ਨੇ ਦੇਖੀਆਂ ਹੋਣੀਆਂ। ਪਰ ਹੁਣ ਜਲੰਧਰ ਦੇ ਵਿੱਚ ਵੀ ਇੱਕ ਜਿਹੜਾ ਇਹ ਮਸਲਾ ਸਾਹਮਣੇ ਆਇਆ, ਇਸ ਦੇ ਵਿੱਚ ਤਾਂ ਹੱਦ ਹੋਰ ਹੋ ਗਈ, ਅੱਗ ਲਗਾ ਦਿੱਤੀ ਗਈ। ਹੁਣ ਇਸ ਗੱਲ ਨੂੰ ਲੈ ਕੇ ਕੁਝ ਲੋਕ ਚਿੰਤਤ ਨੇ ਕਿ ਇਸ ਤਰੀਕੇ ਨਾਲ ਸੁਨੇਹਾ ਗਲਤ ਜਾ ਰਿਹਾ। ਜਿਹੜੇ ਦੇਖਣਗੇ ਜਾਂ ਜਿਨ੍ਹਾਂ ਨੂੰ ਬਹੁਤਾ ਸਿੱਖੀ ਧਰਮ ਦੇ ਬਾਰੇ ਨਹੀਂ ਪਤਾ ਕਿ ਸਿੱਖ ਧਰਮ ਹੈ ਕੀ ਔਰ ਸਿੱਖ ਧਰਮ ਦਾ ਮਕਸਦ ਕੀ ਸੀ ਔਰ ਗੁਰੂ ਸਾਹਿਬਾਨ ਨੇ ਜੋ ਸਾਨੂੰ ਸੁਨੇਹੇ ਦਿੱਤੇ ਸੀ ਉਹਨਾਂ ਦਾ ਮਕਸਦ ਕੀ ਸੀ, ਜੇ ਤਾਂ ਉਹ ਬਾਹਰੋਂ ਦੇਖਣਗੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਤਾਂ ਉਹਨਾਂ ਤੇ ਮਾੜਾ ਪ੍ਰਭਾਵ ਪਏਗਾ। ਔਰ ਇੱਥੇ ਵੱਖ-ਵੱਖ ਸਿਆਸਤਦਾਨਾਂ ਨੇ ਵੀ ਔਰ ਧਰਮ ਪ੍ਰਚਾਰਕਾਂ ਦੇ ਨਾਲ ਜੁੜੇ ਹੋਏ ਲੋਕਾਂ ਨੇ ਵੀ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਸੇ ਮਸਲੇ ਨੂੰ ਲੈ ਕੇ ਹੀ, ਕਿਉਂਕਿ ਚਰਚਾ ਦੇ ਵਿੱਚ ਰਹਿੰਦੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ। ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਹੈ ਆਪਣਾ, ਇੱਕ ਆਨਲਾਈਨ ਜੋ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ, ਕਿਉਂਕਿ ਉਹਨਾਂ ਨੇ ਜਿਹੜੇ ਉਹ ਦਰਬਾਰ ਲਾਉਂਦੇ ਸੀ ਉਹ ਬੰਦ ਕਰ ਦਿੱਤੇ ਸੀ, ਸਖਤ ਵਿਰੋਧ ਹੋਇਆ ਸੀ ਉਸ ਵੇਲੇ ਵੀ। ਔਰ ਦੋ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਜਦੋਂ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਬਿਆਨ ਦਿੰਦੇ ਨੇ। ਕੋਈ ਕਹਿੰਦਾ ਹੈ ਕਿ ਉਹ ਤਾਂ ਸਿਰਫ ਸਿੱਖੀ ਧਰਮ ਦੇ ਖਿਲਾਫ ਹੀ ਕਿਉਂ ਬੋਲਦਾ ਹੈ, ਕਿਸੇ ਹੋਰ ਗੱਲ ਤੇ ਉਹ ਕਿਉਂ ਨਹੀਂ ਬੋਲਦਾ। ਪਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹਮੇਸ਼ਾ ਇਹ ਕਿਹਾ ਕਿ ਮੈਂ ਆਪਣਾ ਕੰਮ ਕਰਾਂਗਾ, ਮੈਂ ਆਪਣੀ ਜੋ ਵਿਚਾਰਧਾਰਾ ਹੈ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਕੋਈ ਨਹੀਂ ਹੁੰਦਾ। ਇੱਕ ਪਾਸੇ ਉਹ ਆਪਣੀਆਂ ਦਲੀਲਾਂ। ਪਰ ਹੁਣ ਅੰਮ੍ਰਿਤਪਾਲ ਸਿੰਘ ਦੇ ਕਹਿਣ ਤੋਂ ਬਾਅਦ ਜਿਹੜੀਆਂ ਇਹ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ, ਅੱਗਾਂ ਲਗਾਈਆਂ ਜਾ ਰਹੀਆਂ ਨੇ, ਉਸ ਬਾਰੇ ਜੋ ਬਿਆਨ ਦਿੱਤਾ ਢੱਡਰੀਆਂ ਵਾਲੇ ਨੇ, ਬਿਆਨ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੋ ਕਿਹਾ, ਉਹਨਾਂ ਦਾ ਸਿੱਧਾ ਤੌਰ ਦੇ ਉੱਤੇ ਕਹਿਣਾ ਹੈ ਕਿ ਜਿਨ੍ਹਾਂ ਦੇ ਗੋਡੇ ਦੁਖਦੇ ਨੇ, ਜਿਹੜੇ ਸਰੀਰਕ ਤੌਰ ਦੇ ਉੱਤੇ ਜਿਨ੍ਹਾਂ ਦਾ ਸਾਥ ਨਹੀਂ ਦਿੰਦਾ ਸਰੀਰ, ਜਿਹੜੇ ਬਿਰਧ ਅਵਸਥਾ ਦੇ ਵਿੱਚ ਨੇ, ਉਹ ਬੇਅਦਬੀ ਕਿਵੇਂ ਕਰ ਸਕਦੇ ਨੇ। ਉਹ ਤਾਂ ਮੱਛੀਆਂ ਹੋਰ ਨੇ ਜਿਹੜੀਆਂ ਬੇਅਦਬੀ ਕਰਦੀਆਂ ਨੇ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਤਾਂ ਤੰਜ ਕੱਸਦਿਆਂ ਅੰਮ੍ਰਿਤਪਾਲ ਸਿੰਘ ਦੀ ਉਸ ਬਿਆਨ ਤੋਂ ਬਾਅਦ ਜਿਹੜੀਆਂ ਗਤੀਵਿਧੀਆਂ ਸਾਹਮਣੇ ਆਈਆਂ, ਇਸ ਦੇ ਨਾਲ ਹੁਣ ਚਰਚਾ ਜਿਹੜੀ ਚੱਲੀ ਹੈ ਕਿ ਗਲਤ ਸੁਨੇਹਾ ਜਾ ਰਿਹਾ ਹੈ। ਇਸ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਔਰ ਅਪੀਲ ਕੀਤੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਕਿਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ, ਇਹ ਢੰਗ ਸਹੀ ਨਹੀਂ ਹੈ ਪ੍ਰਚਾਰ ਕਰਨ ਦਾ ਔਰ ਰੀਤੀ ਰਿਵਾਜਾਂ ਨੂੰ ਸੁਧਾਰ ਕਰਨ ਦਾ। ਹਾਲਾਂਕਿ ਇਸ ਮਸਲੇ ਦੇ ਉੱਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਅਸੀਂ ABC ਪੰਜਾਬ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਸਾਡੀ ਗੱਲ ਵੀ ਹੋਈ ਔਰ ਉਹਨਾਂ ਨੇ ਦੇ ਨਾਲ ਜਦੋਂ ਗੱਲ ਹੋ ਰਹੀ ਸੀ ਤੇ ਜਦੋਂ ਇਹ ਸਵਾਲ ਕੀਤਾ ਗਿਆ ਕਿ ਮਾਡਲ ਟਾਊਨ ਜਲੰਧਰ ਦੇ ਵਿੱਚ ਜੋ ਇਹ ਘਟਨਾਕ੍ਰਮ ਵਾਪਰਿਆ ਹੈ ਇਸ ਬਾਰੇ SGPC ਦਾ ਕੀ ਸਟੈਂਡ ਹੈ, ਤਾਂ ਇਸ ਦੇ ਉੱਤੇ SGPC ਦੇ ਪ੍ਰਧਾਨ ਜਿਹੜੇ ਦੂਜੀ ਵਾਰੀ ਨਿਯੁਕਤ ਕੀਤੇ ਗਏ ਨੇ, ਉਦੋਂ ਵੀ ਰੌਲਾ ਪਿਆ ਸੀ, ਪਰ ਉਹਨਾਂ ਦਾ ਇਸ ਮਸਲੇ ਦੇ ਉੱਤੇ ਕੋਈ ਵੀ ਜਵਾਬ ਨਹੀਂ ਆਉਂਦਾ ਔਰ ਉਹ ਇਹ ਕਹਿ ਕੇ ਫੋਨ ਕੱਟ ਦਿੰਦੇ ਨੇ ABC ਪੰਜਾਬ ਦੇ ਉੱਤੇ ਕਿ ਉਹ ਕਿਸੇ ਧਰਮ ਪ੍ਰਚਾਰ ਦੀ ਮੀਟਿੰਗ ਦੇ ਵਿੱਚ ਬੈਠਕ ਦਾ ਹਿੱਸਾ ਨੇ, ਉਹ ਇਸ ਵਕਤ ਗੱਲ ਨਹੀਂ ਕਰ ਸਕਦੇ। ਪ੍ਰਧਾਨ ਸਾਹਿਬ, ਜੋ ਮਸਲਾ ਇੱਕ ਸਾਹਮਣੇ ਆਇਆ ਹੈ ਜੀ ਜਲੰਧਰ ਦੇ ਵਿੱਚ ਗੁਰਦੁਆਰਾ ਮਾਡਲ ਟਾਊਨ 'ਚ ਬੈਂਚਾਂ ਨੂੰ ਅੱਗ ਲਗਾਈ ਗਈ ਹੈ, ਇਸ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਜੀ? ਮੈਂ ਧਰਮ ਪ੍ਰਚਾਰ ਦੀ ਮੀਟਿੰਗ 'ਚ ਬੈਠਾ, ਕਾਜ ਕਰਦਾ। ਇਸ ਤੋਂ ਬਾਅਦ ਧਰਮ ਪ੍ਰਚਾਰ ਦੀ ਮੀਟਿੰਗ ਚੱਲਦੀ ਸਾਡੀ, ਇਹਦੇ ਵਿੱਚ ਬੈਠਾ ਮੈਂ। ਧਰਮ ਪ੍ਰਚਾਰ ਦੀ ਮੀਟਿੰਗ 'ਚ ਬੈਠਾ, ਕਾਜ ਕਰਦਾ। ਇਸ ਤੋਂ ਬਾਅਦ ਧਰਮ ਪ੍ਰਚਾਰ ਦੀ ਮੀਟਿੰਗ ਚੱਲਦੀ ਸਾਡੀ, ਇਹਦੇ ਵਿੱਚ ਬੈਠਾ। ਹੁਣ ਵਾਕਿਆ ਹੀ ਧਰਮ ਪ੍ਰਚਾਰ ਦੀ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਗੱਲ ਹੋ ਰਹੀ ਸੀ, ਇਸ ਕਰਕੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਫੋਨ ਕੱਟ ਦਿੱਤਾ, ਡਿਸਕਨੈਕਟ ਕਰ ਦਿੱਤਾ, ਜਾਂ ਫਿਰ ਇਸ ਮਸਲੇ ਦੇ ਉੱਤੇ ਹਾਲੇ ਉਹਨਾਂ ਦੀ ਕੋਈ ਸਮਝ ਹੀ ਨਹੀਂ ਬਣ ਸਕੀ ਕਿ ਇਸ ਮਸਲੇ ਤੇ ਕਹੀਏ ਕੀ, ਕਰੀਏ ਕੀ। ਇਸ ਮਸਲੇ ਤੇ ਵਿਵਾਕੀ ਦੇ ਨਾਲ ਬੁੱਧੀਜੀਵੀਆਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ, ਪੱਤਰਕਾਰਾਂ ਨੇ ਵੀ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ ਔਰ ਇਹਨਾਂ ਮਸਲਿਆਂ ਨੂੰ ਚੰਗੀ ਤਰ੍ਹਾਂ ਜਾਂਚਣ ਵਾਲੇ, ਪੜਤਾਲਣ ਵਾਲੇ ਔਰ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਨੇ ਵੀ
ਜਿਹੜਾ ਇੱਕ ਹਿੱਸਾ ਉਹ ਹੈ, ਸੈਕਸ਼ਨ ਉਹ ਹੈ ਜਿਹੜੇ ਕਹਿੰਦੇ ਨੇ ਕਿ ਸਰਾਸਰ ਗਲਤ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਧਰਮ ਦਾ ਪ੍ਰਚਾਰ ਕਰੋ। ਖਾਲਸਾ ਵਹੀਰ ਜੇਕਰ ਸ਼ੁਰੂ ਹੋਈ ਹੈ, ਉਸ ਦੇ ਦੌਰਾਨ ਜੇਕਰ ਲੋਕਾਂ ਨੂੰ ਜੇ ਕਿ ਨੌਜਵਾਨੀ ਜਿਹੜੀ ਗਲਤ ਕੰਮਾਂ ਦੇ ਵਿੱਚ ਪੈ ਗਈ, ਨਸ਼ਿਆਂ ਦੇ ਵਿੱਚ ਪੈ ਗਈ, ਜਿਹੜਾ ਇੱਕ ਨਿਸ਼ਾਨਾ ਬਣਾਇਆ ਗਿਆ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਕਿ ਨਸ਼ੇੜੀ ਜਿਹੜੇ ਬਣਾਏ ਜਾ ਰਹੇ ਨੇ ਪੰਜਾਬ ਦੇ ਨੌਜਵਾਨ, ਸਾਡਾ ਮਕਸਦ ਉਹਨਾਂ ਨੂੰ ਬਚਾਉਣਾ ਹੈ। ਜੇਕਰ ਉਹ ਨਿਸ਼ਾਨਾ ਹੈ ਜਾਂ ਹੋਰ ਜਿਹੜੀਆਂ ਕੁਰੀਤੀਆਂ ਫੈਲ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਪਾਸਾ ਕਰਕੇ ਜਾਂ ਉਹਨਾਂ ਨੂੰ ਖਤਮ ਕਰਕੇ ਉਸ ਪਾਸੇ ਸਿੱਖੀ ਵੱਲ ਜੋੜਨ ਦਾ ਪ੍ਰਚਾਰ ਜੇਕਰ ਅੰਮ੍ਰਿਤਪਾਲ ਸਿੰਘ ਕਰਦੇ ਨੇ ਤਾਂ ਉਹ ਸਾਰੇ ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਿਲਕੁਲ ਠੀਕ ਹੈ, ਅਸੀਂ ਉਸ ਦੇ ਵਿੱਚ ਰੁਕਾਵਟ ਨਹੀਂ ਬਣਦੇ, ਪਰ ਜਿਹੜੀਆਂ ਅਜਿਹੀਆਂ ਕਾਰਵਾਈਆਂ ਨੇ, ਅਜਿਹੀਆਂ ਗਤੀਵਿਧੀਆਂ ਨੇ, ਇਹ ਬਰਦਾਸ਼ਤ ਕਰਨ ਯੋਗ ਨਹੀਂ। ਗੁਰੂ ਸਾਹਿਬ ਸਾਨੂੰ ਇਹ ਸੁਨੇਹਾ ਨਹੀਂ ਦਿੰਦੇ। ਔਰ ਇਸ ਮਸਲੇ ਦੇ ਵਿੱਚ ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਹਾਲਾਂਕਿ ਸਿਆਸਤਦਾਨਾਂ ਨੇ ਵੀ ਆਪਣੀਆਂ ਤੌਰ ਦੇ ਉੱਤੇ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਸਿਆਸਤਦਾਨਾਂ ਦੇ ਬਿਆਨਾਂ ਨੂੰ ਇੱਕ ਪਾਸੇ ਵੀ ਰੱਖ ਦਈਏ ਤਾਂ ਆਮ ਲੋਕਾਂ ਦੇ ਜ਼ਿਹਨ ਵਿੱਚ ਕੀ ਚੱਲਦਾ ਹੈ, ਆਮ ਲੋਕਾਂ ਤੇ ਇਹਨਾਂ ਗੱਲਾਂ ਦਾ ਪ੍ਰਭਾਵ ਕੀ ਪੈ ਰਿਹਾ ਹੈ, ਇਹਦੇ ਉੱਤੇ ਗੌਰ ਕਰਨ ਦੀ ਬਿਲਕੁਲ ਲੋੜ ਹੈ, ਤਾਂ ਕਿ ਜਿਸ ਤਰ੍ਹਾਂ ਦਾ ਪ੍ਰਭਾਵ ਕਬੂਲਿਆ ਜਾ ਰਿਹਾ ਇਹਨਾਂ ਘਟਨਾਵਾਂ ਦੇ ਨਾਲ, ਤਾਂ ਉਸ ਤਰੀਕੇ ਨਾਲ ਕੀ ਇਹ ਗਲਤ ਛਾਪ ਛੱਡੀ ਜਾ ਰਹੀ ਹੈ ਜਾਂ ਫਿਰ ਇਹ ਕਰਨਾ ਹੀ ਪੈਣਾ ਸੀ ਸਿੰਬੋਲਿਕ ਤੌਰ ਦੇ ਉੱਤੇ, ਸੰਕੇਤਕ ਤੌਰ ਤੇ, ਤਾਂ ਹੀ ਜਿੱਥੇ ਜਿੱਥੇ ਗੁਰੂ ਘਰਾਂ ਦੇ ਵਿੱਚ ਜੋ ਮਰਿਆਦਾ ਨਹੀਂ ਹੈ ਉਸ ਤੋਂ ਬਾਹਰ ਜਾ ਕੇ ਕੰਮ ਕੀਤੇ ਜਾ ਰਹੇ ਨੇ ਉਹਨੂੰ ਠੱਲ ਪਵੇਗੀ। ਪਰ ਜਿਹੜੇ ਬੈਂਚ ਰੱਖਣੇ, ਕੁਰਸੀਆਂ ਰੱਖਣੀਆਂ, ਇਹ ਮਰਿਆਦਾ ਕਿਵੇਂ ਭੰਗ ਕਰ ਰਹੀ ਹੈ ਸਿੱਖੀ ਦੀ, ਇਹ ਇੱਕ ਆਪਣੇ ਆਪ 'ਚ ਸਵਾਲ ਹੈ। ਅੰਮ੍ਰਿਤਪਾਲ ਸਿੰਘ ਨੂੰ ਕਿਉਂ ਲੱਗਿਆ ਕਿ ਇਹ ਮੁੱਦਾ ਪਹਿਲ ਦੇ ਆਧਾਰ ਤੇ ਹੱਲ ਹੋਣਾ ਚਾਹੀਦਾ? ਬਿਆਨ ਦੇਣ ਦੀ ਲੋੜ ਸੀ ਤੇ ਜਿੰਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਦੇ ਨਾਲ ਚੱਲਣ ਵਾਲੇ ਨੇ ਜਾਂ ਉਹਨਾਂ ਦੀਆਂ ਗੱਲਾਂ ਵਿੱਚ ਹਾਮੀ ਭਰਦੇ ਨੇ, ਉਹਨਾਂ ਨੇ ਬੈਂਚ ਤੇ ਕੁਰਸੀਆਂ ਬਾਹਰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ। ਔਰ ਬਾਹਰ ਵੀ ਇਸ ਤਰੀਕੇ ਦੇ ਨਾਲ ਹੋ ਸਕਦਾ ਕਈ ਥਾਵਾਂ ਦੇ ਉੱਤੇ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਉਹ ਕੁਰਸੀਆਂ ਨੂੰ ਕੱਢਿਆ ਗਿਆ ਹੋਵੇ, ਪਰ ਜਿਹੜੀਆਂ ਇਹ ਦੋ ਤਸਵੀਰਾਂ, ਇੱਕ ਪਹਿਲਾਂ ਵਰਸ਼ਿਆਂ ਦੇ ਨਾਲ ਉਹ ਪਾੜ ਦੇਣੇ ਗੱਦੇ ਔਰ ਉਹ ਕੁਰਸੀਆਂ ਮੇਜ਼ ਜਿਹੜੇ ਬਾਹਰ ਸੁੱਟੇ ਗਏ, ਹੁਣ ਜਿਹੜਾ ਅੱਗ ਲਾਉਣ ਤੱਕ ਦਾ ਮਸਲਾ ਪਹੁੰਚ ਗਿਆ। ਹੁਣ ਇਸ ਦੇ ਉੱਤੇ ਪ੍ਰਸ਼ਾਸਨ ਆਪਣੇ ਪੱਧਰ ਤੇ ਕੀ ਕਰਦਾ ਹੈ, ਸਰਕਾਰ ਆਪਣੇ ਪੱਧਰ ਤੇ ਕੀ ਕਰਦੀ ਹੈ, ਕਿਉਂਕਿ ਅਜਿਹੀ ਇੱਕ ਘਟਨਾ ਦੇ ਨਾਲ ਬਹੁਤ ਕੁਝ ਅਣਸੁਖਾਵਾਂ ਵੀ ਹੋ ਸਕਦਾ, ਸੰਭਾਵਨਾਵਾਂ ਪੈਦਾ ਹੁੰਦੀਆਂ ਨੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਭਾਈਚਾਰਕ ਸਾਂਝ ਹੈ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਹੈ। ਇਸ ਦੇ ਨਾਲ ਜਿਹੜੇ ਬਾਕੀ ਧਰਮਾਂ ਦੇ ਲੋਕ ਹੈ ਕਿ ਉਹ ਗੁਰੂ ਘਰ ਵੱਲ ਆਉਣ ਦੇ ਵਿੱਚ ਸਹਿਜਤਾ ਮਹਿਸੂਸ ਕਰਨਗੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੋਏਗਾ ਕਿ ਕਿਤੇ ਵੀ ਅਸੀਂ ਮਾੜੀ ਜੀ ਵੀ ਗਲਤੀ ਗੁਰੂ ਘਰਾਂ ਦੇ ਵਿੱਚ ਕਰ ਬੈਠੇ ਅਣਜਾਣੇ ਦੇ ਵਿੱਚ ਵੀ ਤੇ ਸਾਡਾ ਕੀ ਹਸ਼ਰ ਹੋਵੇਗਾ। ਇਸ ਗੱਲ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਸਹਿਮ ਉਹ ਦੇਖਿਆ ਜਾ ਸਕਦਾ ਹੈ। ਬੇਸ਼ੱਕ ਲੋਕ ਸੋਸ਼ਲ ਮੀਡੀਆ ਤੇ ਆ ਕੇ ਟਿੱਪਣੀਆਂ ਨਾ ਕਰਨ। ਅੱਜ ਕੱਲ੍ਹ ਇੱਕ ਅੰਦਾਜ਼ਾ ਲਗਾ ਲਿਆ ਜਾਂਦਾ ਕਿ ਜੋ ਸੋਸ਼ਲ ਮੀਡੀਆ ਤੇ ਚੱਲਦਾ ਉਹੀ ਜ਼ਿੰਦਗੀ ਦਾ ਅਸਲ ਸੱਚ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਆਮ ਲੋਕ ਨੇ ਜਿਹੜੇ ਬਹੁਤੇ ਸੋਸ਼ਲ ਮੀਡੀਆ ਯੂਜ਼ਰ ਵੀ ਨਹੀਂ ਹੁੰਦੇ, ਪਰ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਨੇ ਸੋਸ਼ਲ ਮੀਡੀਆ ਤੇ ਚੱਲਦੀਆਂ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਪਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੀ ਘਟਨਾਕ੍ਰਮ ਜਾਂ ਆਲੇ ਦੁਆਲੇ ਜੋ ਵੀ ਕੁਝ ਵਾਪਰਦਾ ਹੈ ਉਸ ਦੇ ਦੋਵੇਂ ਪੱਖ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਰੱਖੇ ਜਾਣ। ਇੱਕ ਪੱਖ ਇਹ ਹੈ ਕਿ ਗੁਰੂ ਘਰਾਂ ਦੇ ਵਿੱਚ ਗਲਤ ਰਵਾਇਤਾਂ ਤੁਰ ਪਈਆਂ ਨੇ, ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਤੇ ਉਹਨਾਂ ਦੇ ਆਗੂ ਇਹ ਗੱਲ ਕਹਿੰਦੇ ਨੇ। ਪਰ ਦੂਜੇ ਪਾਸੇ ਜਿੱਥੇ ਕੁਰੀਤੀਆਂ ਨੂੰ ਠੱਲਣ ਦੀ ਲੋੜ ਹੈ, ਰੋਕਣ ਦੀ ਲੋੜ ਹੈ, ਖਤਮ ਕਰਨ ਦੀ ਲੋੜ ਹੈ, ਉੱਥੇ ਅਜਿਹੀਆਂ ਗਤੀਵਿਧੀਆਂ ਦੇ ਨਾਲ ਕੀ ਉਹ ਕੁਰੀਤੀਆਂ ਖਤਮ ਹੋ ਜਾਣਗੀਆਂ ਜਾਂ ਫਿਰ ਇਸ ਤੋਂ ਉਲਟ ਕੁਝ ਹੋਰ ਕਰਨ ਦੀ ਲੋੜ ਹੈ। ਇਸ ਮਸਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜਵਾਬ ਤਲਬੀ ਦੇ ਲਈ ਕਿਹਾ ਜਾ ਰਿਹਾ ਹੈ ਕਿ ਇਹਨਾਂ ਗੱਲਾਂ ਦੀ, ਇਹਨਾਂ ਚੀਜ਼ਾਂ ਦੀ ਜੋ ਘਟਨਾਕ੍ਰਮ ਵਾਪਰ ਰਹੇ ਨੇ, ਜਵਾਬ ਮੰਗਿਆ ਜਾਵੇ ਕਿ ਆਖਰਕਾਰ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਕੀ ਇਹ ਜਾਇਜ਼ ਹੈ ਜਾਂ ਇਹ ਨਾਜਾਇਜ਼ ਹੈ। ਔਰ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਭ ਤੋਂ ਵੱਧ ਸਵਾਲ ਇਸ ਤੇ ਉੱਠ ਹੁੰਦਾ ਹੈ ਕਿਉਂਕਿ ਪ੍ਰਧਾਨ ਵੀ ਜਦੋਂ ਇਹਨਾਂ ਮਸਲਿਆਂ ਦੇ ਉੱਤੇ ਪਿੱਠ ਕਰ ਜਾਣ, ਨਾ ਕੁਝ ਬੋਲਣ, ਤਾਂ ਫਿਰ ਇਹ ਬਹੁਤ ਹੀ ਮੰਦਭਾਗਾ ਹੋ ਜਾਂਦਾ। ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਧਰਮ ਪ੍ਰਚਾਰ ਦੀ ਮੀਟਿੰਗ ਉਹਨਾਂ ਦੀ ਖਤਮ ਹੋਵੇਗੀ, ਉਹ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਉਦੋਂ ਜ਼ਰੂਰ ਗੱਲ ਕਰਨਗੇ ਇਸ ਮਸਲੇ ਦੇ ਉੱਤੇ, ਅਸੀਂ ਉਡੀਕ ਕਰਾਂਗੇ ਕਿ SGPC ਦੇ ਪ੍ਰਧਾਨ ਕਦੋਂ ਇਸ ਮਸਲੇ ਤੇ ਖੁੱਲ੍ਹ ਕੇ ਬੋਲਦੇ ਨੇ ਔਰ SGPC ਦੇ ਵੱਲੋਂ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਗੁਰੂ ਘਰਾਂ ਦੇ ਵਿੱਚ ਜੇਕਰ ਚੱਲਣਾ ਹੈ, ਉੱਠਣਾ, ਬੈਠਣਾ ਹੈ ਤੇ ਕੀ ਸਹੀ ਹੈ, ਕੀ ਗਲਤ ਹੈ, ਉਹ ਛੇਤੀ ਤੈਅ ਕੀਤਾ ਜਾਂਦਾ ਹੈ। ਜੇਕਰ SGPC ਆਪਣੀ ਸਹੀ ਸਮੇਂ ਤੇ ਭੂਮਿਕਾ ਪਹਿਲਾਂ ਵੀ ਨਿਭਾ ਚੁੱਕੀ ਹੁੰਦੀ ਜਾਂ ਹੁਣ ਵੀ ਨਿਭਾ ਲਵੇ ਤਾਂ ਬਹੁਤ ਕੁਝ ਸਹੀ ਤਰੀਕੇ ਨਾਲ ਸਹੀ ਦਿਸ਼ਾ ਵੱਲ ਤੋਰਿਆ ਜਾ ਸਕਦਾ, ਬਚਾਇਆ ਜਾ ਸਕਦਾ ਹੈ। ਪਰ ਅਫਸੋਸ ਇਸੇ ਗੱਲ ਦਾ ਹੈ ਕਿ ਜਦੋਂ ਮੁੱਦਿਆਂ ਦੇ ਉੱਤੇ ਗੱਲ ਕਰਨੀ ਹੁੰਦੀ ਹੈ, ਚਰਚਾ ਕਰਨੀ ਹੁੰਦੀ ਹੈ, ਉਦੋਂ ਇਹ ਸੰਸਥਾਵਾਂ ਨੇ ਜਿਹੜੀਆਂ ਉਹ ਚੁੱਪ ਰਹਿੰਦੀਆਂ ਨੇ। ਇਹ ਚੁੱਪ ਹੈ ਜਿਹੜੀ ਉਹ 100 ਸੁੱਖ ਦਾ ਕੰਮ ਕਰਨ ਦੀ ਬਜਾਏ 100 ਦੁੱਖ ਪੈਦਾ ਕਰਦੀ ਹੈ। ਹੁਣ ਇਹ ਨਿਰਭਰ ਕਰਦਾ ਹੈ ਕਿ SGPC ਤੇ ਸ੍ਰੀ ਅਕਾਲ ਤਖਤ ਸਾਹਿਬ ਕਦੋਂ ਇਸ ਦੇ ਉੱਤੇ ਸੰਜੀਦਾ ਹੁੰਦੇ ਨੇ, ਕਦੋਂ ਇਸ ਬਾਰੇ ਨੋਟਿਸ ਸਖਤ ਲੈਂਦੇ ਨੇ ਔਰ ਕੀ ਹਦਾਇਤਾਂ ਜਾਰੀ ਕਰਦੇ ਨੇ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਅਸੀਂ ਤੁਹਾਡੇ ਨਾਲ ਇਹ ਸਾਰਾ ਘਟਨਾਕ੍ਰਮ ਤੋਂ ਬਾਅਦ ਆਈਆਂ ਪ੍ਰਤੀਕਿਰਿਆਵਾਂ ਦੀ ਗੱਲ ਕੀਤੀ ਹੈ, ਉਸ ਦੇ ਬਾਰੇ ਤੁਹਾਡੇ ਨਾਲ ਚਰਚਾ ਕੀਤੀ ਹੈ। ਤੁਸੀਂ ਵੀ ਇਸ ਬਾਰੇ, ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ? ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਬਾਰੇ ਔਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ
ਧਰਮ ਦੇ ਪ੍ਰਚਾਰ ਬਾਰੇ ਜਿਹੜੇ ਲੋਕ ਲੱਗੇ ਹੋਏ ਨੇ, ਕੌਣ ਸਹੀ ਦਿਸ਼ਾ ਵੱਲ ਜਾ ਰਿਹਾ ਤੇ ਕੌਣ ਭਟਕ ਚੁੱਕਿਆ ਹੈ, ਕੀ ਸਿੱਖੀ ਦੇ ਨਾਲ ਜੋੜਨ ਦੀਆਂ ਗੱਲਾਂ ਨੇ ਜਾਂ ਸਿੱਖੀ ਦੇ ਨਾਲੋਂ ਤੋੜਨ ਦੀਆਂ ਗੱਲਾਂ ਨੇ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਜਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਿਓ। ਤੁਸੀਂ ਦੇਖਦੇ ਰਹੋ ABC ਪੰਜਾਬ। ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਵਾ ਗਿਆ। ਧੰਨਵਾਦ।